सतनाम श्री वाहिगुरु साहिब जी। गुर सेवो कर नमस्कार। आज हमारा मंगल चार। आज हमारा महा आनंद। चिंत लथी भेटे गोबिंद। आज हमारा ग्रह बसंत। गुण गाए प्रभ तुम बेअंत। हे प्राणनाथ गोविंद है, कृपा निधान जगत गुरु। हे संसार ताप हरना, करना मैं सब दुख हरो। हे शरण जोग दयाल है, दीनानाथ मया करो। शरीर स्वात खीन समय, सिमरंत नानक राम दमोदर माधव है। सतनाम श्री वाहिगुरु साहिब जी। धन धन आद श्री गुरु ग्रंथ साहिब महाराज। राग सोरठ बाणी भगत रविदास जी की। एक ओंकार सतगुर प्रसाद। जब हम होते तब तू नाही, अब तू ही मैं नाही। अनल अगम जैसे लहर मैं औधद। जल केवल जल माही। जब हम होते तब तू नाही। वाहिगुरु जी का खालसा, वाहिगुरु जी की फतेह। पतित पावन करना निधान अंतरजामी। भगत वत्सल दीना बंधु। शब्दा अवतार दसां ही पातशाहियां दी आत्मक जोत। बाणी के वोहित चवर तख्त दे मालक। साहिब श्री गुरु ग्रंथ साहिब महाराज जी की अपार कृपा बख्शिश रहमत दा सदका। अमृत वेले साहिब श्री गुरु ग्रंथ साहिब महाराज जी ने सुंदर तख्तां ते प्रकाशमान हो करके खुले दर्शन दिदारे बख्शे। उत्थे बड़े भागां वालियां ओ रूहां ओ गुरमुख प्यारे जो बहुत ही प्रेम भावना मन चित प्यार दे नाल अकाल पुरख परमात्मा की सिफत सलाह। अकाल पुरख परमात्मा परमेश्वर वाहिगुरु जी दियां वडियाइयां। अकाल पुरख परमात्मा परमेश्वर दे गुण, जिन्हां गुणां करके परमात्मा का ज्ञान हो सके। परमेश्वर अकाल पुरख वाहिगुरु जी की प्राप्ति के वास्ते जो सफ़र है, प्रयास है, उद्यम उपराला है, ਜਿਹੜੀਆਂ रूहां
ਉਸ ਪਰਮ ਪਿਆਰੇ ਪ੍ਰੀਤਮ ਨੂੰ ਮਿਲਣਾ ਚਾਹੁੰਦੀਆਂ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਦਰਸ਼ਨਾਂ ਨੂੰ ਲੋਚਦੀਆਂ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। ਕੋਈ ਜਨ ਹਰਸਿਉ ਦੇਵੈ ਜੋਰ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ। ਹਉ ਤਿਸ ਪਹਿ ਆਪ ਵਿਚਾਈ, ਦਰਸ਼ਨ ਹਰ ਦੇਖਣ ਕੈ ਤਾਈ। ਕੇਵਲ ਤੇ ਕੇਵਲ ਹਰੀ ਦੀ ਪ੍ਰਾਪਤੀ ਵਾਸਤੇ ਜੋ ਪ੍ਰਯਾਸ ਕਰਦੇ ਹਨ, ਸੇਵਾ ਸਿਮਰਨ ਧਿਆਨ ਸਤਸੰਗਤ ਚਿੱਤ ਵਿਰਤੀ ਨੂੰ ਕੇਂਦਰਿਤ ਕਰਕੇ ਤੇ ਇਸ ਸੰਸਾਰ ਦੇ ਕੌਤਕ ਪੂਰੇ ਬ੍ਰਹਿਮੰਡ ਨੂੰ ਦੇਖ ਕਰਕੇ, ਇਹ ਸਾਰੀ ਲੀਲਾ ਨੂੰ ਦੇਖ ਕਰਕੇ, ਸਾਰੀ ਖੇਡ ਨੂੰ ਦੇਖ ਕਰਕੇ ਵੀ ਇਹ ਖੇਡ ਖੇਡਣ ਵਾਲਾ ਕੌਣ ਹੈ, ਕੀ ਆ ਖੇਡ। ਵੱਡ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਖਲਾਈ। ਅਬਲ ਅੱਲ੍ਹ ਨੂਰ ਅਪਾਇਆ, ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦੇ ਸਦਕਾ ਹੀ ਇਸ ਜੀਵ ਦੇ ਹਿਰਦੇ 'ਚ ਤੜਫ ਤੇ ਭੁੱਖ ਪਿਆਸ ਪੈਦਾ ਹੁੰਦੀ ਹੈ। ਸੰਸਾਰ ਦੇ ਵਾਸਤੇ ਤਾਂ ਇਹ ਭੁੱਖ ਪਿਆਸ ਤੜਫ ਹਰ ਵਕਤ ਮੌਜੂਦ ਹੈ ਤੇ ਹਰ ਵਕਤ ਵੱਧ ਰਹੀ ਹੈ। ਪਦਾਰਥਾਂ ਦੀ ਪ੍ਰਾਪਤੀ ਲੈ ਲਈਏ, ਮਾਇਆ ਦੀ ਪ੍ਰਾਪਤੀ ਲੈ ਲਈਏ, ਕਾਰੋਬਾਰਾਂ ਦੀ ਪ੍ਰਾਪਤੀ ਲੈ ਲਈਏ, ਪਿਆਰ ਦੇ ਨਾਲ ਮੋਹ ਦੀ ਗੱਲ ਕਰ ਲਈਏ ਤੇ ਆਪਣੇ ਸਰੀਰ ਦੀ ਗੱਲ ਕਰ ਲਈਏ, ਇਹ ਤਾਂ ਭੁੱਖ ਪਿਆਸ ਤੜਫ ਹਰ ਬੱਚੇ ਨੌਜਵਾਨ ਬਜ਼ੁਰਗ, ਹਰ ਪੁਰਖ ਹਰ ਇਸਤਰੀ ਕੀ ਕਰੀਬ 84 ਲੱਖ ਜੂਨ ਦੇ ਹਰ ਜੂਨ ਦੇ ਵਿੱਚ ਇਹ ਤੜਫ ਹੈ। ਪਰ ਕੋਈ ਬਿਰਲੀਆਂ ਰੂਹਾਂ ਜੋ ਉਸ ਪਿਆਰੇ ਦੇ ਦਰਸ਼ਨਾਂ ਲਈ, ਪਿਆਰੇ ਦੇ ਮਿਲਾਪ ਲਈ, ਪਿਆਰੇ ਦੇ ਗਿਆਨ ਲਈ, ਵੀ ਜਿਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਐਸੇ ਗੁਣ ਹਨ ਤੇ ਜਿਨ੍ਹਾਂ ਤੇ ਅਕਾਲ ਪੁਰਖ ਪਰਮਾਤਮਾ ਦੀ ਬਖਸ਼ਿਸ਼ ਰਹਿਮਤ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਦੀਆਂ ਘਟਨਾ ਘਟ ਜਾਂਦੀਆਂ। ਅਨਮੜਿਆ ਮੰਦਲ ਬਾਜੈ, ਬਿਨ ਸਾਵਨ ਘਨ ਹਰ ਗਾਜੈ, ਬਾਦਲ ਬਿਨ ਬਰਖਾ ਹੋਈ, ਜੋ ਤਤ ਵਿਚਾਰੈ ਕੋਈ। ਕਹਿੰਦਾ ਗਰੀਬ ਨਵਾਜ਼ ਜੀ ਬਖਸ਼ਿਸ਼ ਕਰਦੇ ਵੀ ਜਿਸ ਨੂੰ ਤਤ ਦਾ ਪਤਾ ਲੱਗ ਜਾਵੇ ਕਿ ਨਿਰੰਕਾਰ ਆਕਾਰ ਅਛਲ ਪੂਰਨ ਅਵਨਾਸੀ, ਹਰਖਵੰਤ ਆਨੰਤ ਰੂਪ ਨਿਰਮਲ ਬੇਗਾਸੀ, ਗੁਣ ਗਾਵੇ ਬੇਅੰਤ ਅੰਤ ਇਕ ਤਿਲ ਨਹੀਂ ਪਾਸੀ, ਜਾ ਕੋ ਹੋਏ ਕਿਰਪਾਲ ਸੋ ਜਨ ਪ੍ਰਭ ਤੁਮਹਿ ਮਲਾਸੀ, ਧਨ ਤਨ ਤੇ ਧਨ ਜਨ ਜਿਹ ਕਿਰਪਾਲ ਹਰ ਹਰ ਭਇਓ, ਹਰ ਗੁਰ ਨਾਨਕ ਜਿਨ ਪਰਸਿਓ, ਸੇ ਜਨਮ ਮਰਨ ਦੋਹੇ ਥੇ ਰਹਿਓ। ਸਵਈਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨ, ਜੋ ਅੰਮ੍ਰਿਤ ਵੇਲੇ ਸ੍ਰੀ ਮੁਖਵਾਕ ਹੁਕਮਨਾਮੇ ਦੀ ਰੂਪ ਦੇ ਵਿੱਚ ਇਹ ਮੁਬਾਰਕ ਰਸਨਾ ਹੈ ਭਗਤ ਰਵਿਦਾਸ ਜੀ ਦੀ। ਜਿਸ ਭਗਤ ਰਵਿਦਾਸ ਜੀ ਦਾ ਜ਼ਿਕਰ ਤੇ ਜਿੱਥੇ ਭਗਤ ਰਵਿਦਾਸ ਜੀ ਦੇ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਅੰਕਿਤ ਕਰਨੇ ਕੀਤੇ ਤੇ ਇੱਕ ਸ਼ਬਦ ਹੈ, ਸ਼ਲੋਕ ਹੈ, ਇੱਕ ਬਹੁਤ ਵੱਡਾ ਫੈਸਲਾ ਹੈ ਭਗਤ ਰਵਿਦਾਸ ਜੀ ਦਾ ਕਿ ਹਰਿ ਸੋ ਹੀਰਾ ਛਾੜ ਕੇ ਕਰ ਹੈ ਆਨ ਕੀ ਆਸ।
ਜਿੱਥੇ ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਸਾਰੀ ਬਾਣੀ ਪਰਮਾਤਮਾ ਦੀ ਗੱਲ ਕਰਦੀ ਹੈ, ਪਰਮਾਤਮਾ ਨੂੰ ਮਿਲਣ ਦੀ ਜੁਗਤੀ ਤੇ ਢੰਗ ਤੇ ਤਰੀਕਾ ਦੱਸਦੀ ਹੈ। ਤੇ ਜੋ ਗੁਰਬਾਣੀ ਹੈ ਇਸ ਮਨੁੱਖ ਦੇ ਜੀਵਨ ਦਾ ਪਲੇਟਫਾਰਮ, ਇਹਦੀ ਕੀ ਸੋਚ ਹੈ, ਕੀ ਵਿਚਾਰ ਹੈ, ਕੀ ਇਹ ਚਾਹੁੰਦਾ ਹੈ, ਸੁਣਨਾ ਕੀ ਚਾਹੁੰਦਾ, ਦੇਖਣਾ ਕੀ ਚਾਹੁੰਦਾ, ਬੋਲਣਾ ਕੀ ਚਾਹੁੰਦਾ। ਤੇ ਇਹ ਜੋ ਇਸ ਨੂੰ ਸਰੀਰ ਮਿਲਿਆ, ਇਹ ਕਰਮ ਤੇ ਗਿਆਨ ਇੰਦਰੀ ਮਿਲੇ, ਇਹ ਕਿਸ ਵਾਸਤੇ ਮਿਲੇ? ਵਿਸਥਾਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇਸ ਜੀਵ ਨੂੰ ਸਮਝਾਉਣਾ ਕੀਤਾ। ਹੁਣ ਐਸੇ ਭਗਤ ਰਵਿਦਾਸ ਜੀ ਤੇ ਜੋ ਵਰਨ ਦੀਆਂ ਵੰਡੀਆਂ ਕੀਤੀਆਂ, ਜਿਨ੍ਹਾਂ ਨੇ ਦੀਵਾਰਾਂ ਖੜੀਆਂ ਕੀਤੀਆਂ ਮਨੁੱਖ ਟੂ ਮਨੁੱਖ, ਤੇ ਉਹਨਾਂ ਨੇ ਮਤਲਬ ਜਿੱਦਾਂ ਜਿੱਦਾਂ ਕੋਈ ਕੰਮ ਕਰਦਾ ਸੀ ਤੇ ਜਿਹਦੇ ਕੋਲ 4 ਪੈਸੇ ਕੁਝ ਤਾਕਤ ਸੀ ਤੇ ਉਹ ਸਾਰੀ ਜ਼ਿੰਦਗੀ ਐਸ਼ੋ ਆਰਾਮ ਤੇ ਪਸ਼ੂਆਂ ਤੇ ਜਾਨਵਰਾਂ ਵਾਂਗੂ ਇਹ ਬੈਸਾਂ ਤੋਂ ਤੇ ਸੂਦਰਾਂ ਤੋਂ ਕੰਮ ਲੈਣਾ। ਇੱਥੇ ਤੱਕ ਕਿ ਬੈਨ ਲਗਾ ਦਿੱਤੇ ਗਏ ਕਿ ਇਸ ਜਾਤੀ ਦਾ ਜੋ ਮਨੁੱਖ ਹੈ ਇਹ ਮੰਦਰ ਮਸਜਿਦ ਪਰਮਾਤਮਾ ਦਾ ਨਾਮ ਰਸਨਾ ਤੋਂ ਲੈ ਨਹੀਂ ਸਕਦਾ। ਇਹੋ ਜਿਹੀਆਂ ਕੁਰੀਤੀਆਂ ਸੰਸਾਰ ਦੇ ਵਿੱਚ ਮਨੁੱਖਤਾ ਦੇ ਹਿਰਦੇ ਰੂਪੀ ਘਰ ਦੇ ਵਿੱਚ ਬੈਠ ਚੁੱਕੀਆਂ ਸਨ। ਤੇ ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਰਬ ਸਾਂਝੀ ਵਾਲਤਲ ਦੀ ਗੱਲ ਹੀ ਨਹੀਂ ਕੀਤੀ ਤੇ ਇਸ ਮਨੁੱਖ ਨੂੰ ਪਰਮ ਪਿਤਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਮਾਰਗ ਵੀ ਦੱਸਿਆ। ਫਿਰ ਬਹੁਤ ਸੌਖਾ, ਜਿਹਦੇ ਵਿੱਚ ਕੋਈ ਭੇਖ ਨੂੰ ਜਗ੍ਹਾ ਨਹੀਂ, ਕੋਈ ਕਰਮ ਕਾਂਡ ਨੂੰ ਜਗ੍ਹਾ ਨਹੀਂ, ਕਿਸੇ ਪਖੰਡ ਨੂੰ ਜਗ੍ਹਾ ਨਹੀਂ। ਜੋ ਪ੍ਰਾਨੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਜਿਨ ਤੂੰ ਜਾਤਾ ਸੋ ਗ੍ਰਿਤ ਉਦਾਸੀ ਪਰਵਾਨ। ਕਹਿੰਦੇ ਜਿਸ ਨੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਨੂੰ ਜਾਣ ਲਿਆ, ਦੁਨਿਆਵੀ ਤੌਰ ਤੇ ਜਿਹੜੀ ਮਰਜ਼ੀ ਉਸ ਦੀ ਜਾਤ ਹੈ, ਬਰਾਦਰੀ ਹੈ, ਉਹ ਗਰੀਬ ਅਮੀਰ ਹੈ, ਭਿਖਾਰੀ ਹੈ, ਬਾਦਸ਼ਾਹ ਹੈ, ਪੜ੍ਹਿਆ ਹੋਇਆ ਹੈ, ਅਨਪੜ੍ਹ ਹੈ, ਸੰਸਾਰ ਦੇ ਵਿੱਚ ਉਹਦੀ ਕੋਈ ਪੁੱਛ ਘਰ-ਵਾਰ ਮਿੱਤਰ ਦੋਸਤਾਂ 'ਚ ਸਾਕ ਸੰਬੰਧੀਆਂ ਸਮਾਜ ਦੇ ਵਿੱਚ ਹੈ ਜਾਂ ਨਹੀਂ ਹੈ। ਪਰ ਐਸਾ ਮਾਰਗ ਦਰਸ਼ਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਾਨਕ ਮਹਾਰਾਜ ਜੀ ਨੇ ਇਸ ਮਨੁੱਖਤਾ ਨੂੰ ਦਿੱਤਾ ਕਿ ਜਿਸ ਦਾ ਵੀ ਦਿਲ ਕਰਦਾ ਉਹ ਪਰਮਾਤਮਾ ਦਾ ਗਿਆਨ ਤੇ ਪਰਮਾਤਮਾ ਦੀ ਪ੍ਰਾਪਤੀ ਕਰ ਸਕਦਾ। ਤੇ ਜਿਨ੍ਹਾਂ ਨੇ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਤੇ ਤਨ ਮਨ ਧਨ ਗੁਰਦੇਵ ਦੇ ਚਰਨਾਂ 'ਚ ਅਰਪਣ ਕਰਤਾ ਤੇ ਯਾਤਰਾ ਸ਼ੁਰੂ ਕਰ ਦਿੱਤੀ, ਇੱਕ ਨਾ ਇੱਕ ਦਿਨ ਫਿਰ ਦੁਆ ਤੇ ਏਕ ਰੂਪ ਹੋਏ ਗਇਓ ਦੀ ਅਵਸਥਾ ਬਣ ਹੀ ਜਾਂਦੀ ਹੈ। ਕਿਉਂਕਿ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਐਸਾ ਹੈ ਜੋ ਇੱਕ ਤਿਲ ਨਹੀਂ ਭੰਨੈ ਘਾਲੇ, ਕਿ ਇੱਕ ਤਿਲ ਮਾਤਰ ਦੀ ਵੀ ਜੋ ਮਸਕਤ ਹੈ, ਘਾਲਣਾ ਹੈ, ਸਿਮਰਨ ਯਾਦ ਹੈ, ਸੇਵਾ ਹੈ, ਪਰਮਾਤਮਾ ਪਰਮੇਸ਼ਰ ਦੇ ਪ੍ਰਤੀ ਭਾਵਨਾ ਹੈ, ਕਹਿੰਦੇ ਉਹ ਇਸ ਜੀਵ ਦੀ ਕੀਤੀ ਹੋਈ ਥਾਏ ਪੈਂਦੀ ਹੈ। ਪਰਮਾਤਮਾ ਪਰਮੇਸ਼ਰ ਪ੍ਰਵਾਨ ਕਰਦਾ। ਮੈਂ ਬੇਨਤੀ ਕਰ ਰਿਹਾ ਸੀ ਕਿ ਜੋ ਪਾਵਨ ਪਵਿੱਤਰ ਹੁਕਮਨਾਮੇ ਦੀ ਬਖਸ਼ਿਸ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਕੀਤੀ, ਇਹ ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 657 ਤੇ 58 ਤੇ ਪਾਵਨ ਪਵਿੱਤਰ ਇਹ ਸ਼ਬਦ ਸੁਭਾਏਮਾਨ ਹੋ ਰਿਹਾ। ਰਾਗ ਸੋਰਠ ਤੇ ਭਗਤਾਂ ਦੀ ਬਾਣੀ ਹੈ। ਜਿਸ ਭਗਤ ਦੀ ਮੁਬਾਰਕ ਰਸਨਾ ਤੋਂ ਇਹ ਸ਼ਬਦ ਉਚਾਰਿਆ ਗਿਆ ਤੇ ਉਸ ਅਵਸਥਾ ਦੇ ਵਿੱਚ ਉਚਾਰਿਆ ਗਿਆ ਜਦੋਂ ਭਗਤ ਰਵਿਦਾਸ ਦੇ ਵਿੱਚ ਤੇ ਪਰਮਾਤਮਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਕੋਈ ਭੇਦ ਨਹੀਂ ਰਿਹਾ।
ਜਦੋਂ ਇੱਕ ਮਿਕ ਹੋ ਗਏ, ਇੱਕੋ ਹੀ ਰੂਪ ਹੋ ਗਿਆ, ਤੇ ਪਿਆਰ ਦੇ ਵਿੱਚ, ਸ਼ਰਧਾ ਦੇ ਵਿੱਚ ਫਿਰ ਭਗਤ ਰਵਿਦਾਸ ਜੀ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਚਰਨਾਂ 'ਚ ਬਿਨੈ ਕਰਦੇ ਆ, ਅਰਦਾਸ ਕਰਦੇ ਹਨ। ਤੇ ਐਸੇ ਭਗਤ ਰਵਿਦਾਸ ਜੀ ਦੇ ਪਾਵਨ ਪਵਿੱਤਰ ਰਸਨਾ ਤੋਂ ਜੋ ਰੱਬੀ ਬਾਣੀ ਦੇ ਰੂਪ 'ਚ ਇੱਕ ਸਲੋਕ ਹੈ ਕਿ ਹਰਿ ਸੋ ਹੀਰਾ ਛਾੜ ਕੇ, ਨਾਲ ਹਰੀ ਕਿਹਾ ਤੇ ਨਾਲ ਹੀਰੇ ਸ਼ਬਦ ਦੀ ਵਰਤੋਂ ਕੀਤੀ। ਕਿਉਂਕਿ ਸੰਸਾਰ ਦੇ ਵਿੱਚ ਬਹੁਤ ਐਸੇ ਜੀਵਨ ਜਿਨ੍ਹਾਂ ਨੇ ਸੁਣਿਆ ਤਾਂ ਹੋਵੇਗਾ ਹੀਰਾ, ਪਰ ਹੀਰੇ ਦੀ ਪ੍ਰਾਪਤੀ ਨਹੀਂ ਕੀਤੀ, ਹੀਰੇ ਨੂੰ ਦੇਖਿਆ ਨਹੀਂ, ਹੀਰੇ ਦੀ ਕੀਮਤ ਦਾ ਪਤਾ ਨਹੀਂ। ਤੇ ਠੀਕ ਇਸੇ ਤਰ੍ਹਾਂ ਪ੍ਰੇਮੀਓ, ਇਸ ਸੰਸਾਰ ਦੇ ਵਿੱਚ ਇਸ ਮਨੁੱਖਤਾ ਨੇ ਪਰਮਾਤਮਾ ਰੂਪੀ ਹੀਰੇ ਨੂੰ ਸੁਣਿਆ ਤਾਂ ਹੋਵੇਗਾ, ਪਰਮਾਤਮਾ ਦਾ ਨਾਂ ਤਾਂ ਕੰਨਾਂ 'ਚ ਪਿਆ ਹੋਵੇਗਾ, ਪਰ ਪ੍ਰਾਪਤੀ ਦੇ ਵਾਸਤੇ ਕੁਝ ਪ੍ਰਯਾਸ ਨਹੀਂ ਕੀਤਾ, ਕੋਈ ਕੋਸ਼ਿਸ਼ ਨਹੀਂ ਕੀਤੀ, ਕੋਈ ਮਸ਼ੱਕਤ ਨਹੀਂ ਘਾਲੀ, ਕੁਝ ਸਮਾਂ ਨਹੀਂ ਦਿੱਤਾ ਵੀ ਜੋ ਹਰੀ ਰੂਪ ਪਰਮਾਤਮਾ ਅਕਾਲ ਪੁਰਖ ਪਰਮੇਸ਼ਰ ਹੈ, ਉਸ ਦਾ ਮਿਲਾਪ ਕਿਵੇਂ ਹੋਵੇ, ਉਸ ਦੀ ਪ੍ਰਾਪਤੀ ਕਿਵੇਂ ਹੋਵੇ, ਉਸ ਦੇ ਦਰਸ਼ਨ ਦਿਦਾਰੇ ਕਿਵੇਂ ਹੋਣ, ਜੋ ਕਣ ਕਣ ਘਟ ਘਟ ਦੇ ਵਿੱਚ ਮੌਜੂਦ ਹੈ, ਮੇਰੀ ਬੁੱਧੀ ਦੀ ਪਕੜ ਦੇ ਵਿੱਚ ਕਿਵੇਂ ਆਵੇ। ਜੋ ਧਾਂਤ ਰੂਪੀ ਹੀਰਾ ਹੈ, ਇਹ ਤਾਂ ਕਿਸੇ ਜੋਹਰੀ ਦੇ ਪਾਸ ਹੀ ਹੋਵੇਗਾ, ਕਿਤੇ ਜਾ ਕੇ ਦੇਖਣਾ ਪਵੇਗਾ ਤੇ ਫੇਰ ਪਤਾ ਲੱਗੇਗਾ ਹੀਰਾ ਕਿਸ ਨੂੰ ਕਹਿੰਦੇ ਹੈ। ਪਰ ਜੋ ਪਰਮੇਸ਼ਰ ਅਕਾਲ ਪੁਰਖ ਪਰਮਾਤਮਾ ਰੂਪ ਹੀਰਾ, ਜੋ ਭਗਤ ਰਵਿਦਾਸ ਜੀ ਕਿਰਪਾ ਕਰ ਰਹੇ ਆ ਵੀ ਜਿੱਥੇ ਦੁਨਿਆਵੀ ਹੀਰੇ ਨੂੰ ਦੇਖਣਾ ਮੁਸ਼ਕਲ ਹੈ, ਦੁਨਿਆਵੀ ਹੀਰੇ ਦੀ ਕੀਮਤ ਉਤਾਰ ਕੇ ਉਸ ਨੂੰ ਖਰੀਦਣਾ ਮੁਸ਼ਕਲ ਹੈ, ਉਸ ਹੀਰੇ ਦੀ ਪ੍ਰਾਪਤੀ ਵਾਸਤੇ ਬਹੁਤ ਧਨ ਇਕੱਤਰ ਹੋਵੇ ਤੇ ਤਾਂ ਖਰੀਦਿਆ ਜਾ ਸਕਦਾ। ਇਸੇ ਤਰ੍ਹਾਂ ਇੱਕ ਹਰੀ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਰੂਪ ਹੀਰਾ ਹੈ, ਭੇਟਾ ਉਸ ਦੀ ਵੀ ਹੈ, ਦਰਸ਼ਨ ਉਸ ਦੇ ਵੀ ਹੁੰਦੇ ਹਨ, ਪ੍ਰਾਪਤੀ ਉਸ ਦੀ ਵੀ ਹੋ ਸਕਦੀ ਹੈ। ਅੰਤਰ ਇਤਨਾ ਕੁ ਹੈ ਕਿ ਸੰਸਾਰਕ ਹੀਰੇ ਦੀ ਪ੍ਰਾਪਤੀ ਵਾਸਤੇ ਧਨ ਇਕੱਤਰ ਕਰਨਾ ਪੈਂਦਾ, ਜਾਣਕਾਰੀ ਤੇ ਜੋਹਰੀ ਦੀ ਦੁਕਾਨ ਤੇ ਜਾਣਾ ਪੈਂਦਾ, ਮਨ ਦੇ ਵਿੱਚ ਸ਼ੌਂਕ ਹੋਵੇ ਵੀ ਮੈਂ ਹੀਰਾ ਖਰੀਦਣਾ, ਤੇ ਫਿਰ ਇਹ ਧਨ ਇਕੱਤਰ ਕਰਕੇ ਹੀਰੇ ਦੀ ਖਰੀਦ ਕਰ ਸਕਦਾ। ਪਰ ਜੋ ਪਰਮਾਤਮਾ ਪਰਮੇਸ਼ਰ ਅਕਾਲ ਰੂਪ ਹੀਰਾ ਹੈ, ਉਸ ਦੀ ਜੋ ਭੇਟਾ ਹੈ ਉਹ ਤੇਰੇ ਪਾਸ ਹੀ ਹੈ, ਉਹ ਬਾਹਰੋਂ ਨਹੀਂ ਇਕੱਤਰ ਕਰਨੀ ਪੈਂਦੀ। ਕਿਉਂਕਿ ਅਕਾਲ ਪੁਰਖ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਜੋ ਭੇਟਾ ਹੈ ਉਹ ਕੀ ਹੈ? ਸਤਸੰਗਤ, ਨਾਮ ਜਪਣ ਵਾਲਿਆਂ ਦੀ, ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਪਿਆਰਿਆਂ ਦੀ ਸੰਗਤ। ਫਿਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਰੱਬੀ ਉਪਦੇਸ਼ ਬਖਸ਼ਿਆ, ਬੇ ਹਰ ਕੇ ਸੰਤ ਸਦਾ ਥਿਰ ਪੂਜੋ, ਜੋ ਹਰ ਹਰ ਨਾਮ ਜਪਾਤ। ਕਹਿੰਦੇ ਐਸੇ ਹਰੀ ਅਕਾਲ ਪੁਰਖ ਪਰਮਾਤਮਾ ਦੇ ਪਿਆਰੇ, ਜਿਨ੍ਹਾਂ ਪਿਆਰਿਆਂ ਨੇ ਹਰੀ ਰੂਪ ਹੀਰੇ ਦੀ ਪ੍ਰਾਪਤੀ ਕੀਤੀ, ਉਹ ਦੱਸਣਗੇ ਵੀ ਕੀ ਭੇਟਾ ਹੈ ਹਰੀ ਰੂਪ ਪਰਮਾਤਮਾ ਹੀਰੇ ਦੀ ਪ੍ਰਾਪਤੀ ਤੇ ਵਾਸਤੇ, ਦਰਸ਼ਨਾਂ ਦਿਦਾਰਿਆਂ ਦੇ ਵਾਸਤੇ, ਜਿੱਥੇ ਹਰ ਪ੍ਰਯਾਸ ਮਨੁੱਖ ਕਰ ਸਕਦਾ, ਧਿਆਨ, ਗਿਆਨ, ਸਤਸੰਗਤ, ਸੇਵਾ, ਸਤ ਸੰਤੋਖ, ਦਇਆ, ਧਰਮ, ਵਿਚਾਰ, ਖਿਮਾ, ਨਿਮਰਤਾ, ਮੈਂਤਰੀ ਤੇ ਸਮ ਦ੍ਰਿਸ਼ਟੀ। ਉੱਥੇ ਵੱਡੀ ਜੋ ਭੇਟਾ ਹੈ ਕਿ ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਵੱਡੀ ਜਿਹੜੀ ਭੇਟਾ ਹੈ ਉਹ ਪ੍ਰੇਮ ਦੀ ਹੈ। ਗੋਬਿੰਦ ਭਾਉ ਭਗਤ ਕਾ ਭੁੱਖਾ, ਸਾਧ ਸੰਗਤ ਪਉ ਭਾਉ ਸਹਿਜ ਬੈਰਾਗ ਹੈ, ਗੁਰਮੁਖ ਸਹਿਜ ਸੁਭਾਉ ਸੁਰਤ ਸੋ ਜਾਗ ਹੈ।
ਇਹ ਕੇਵਲ ਤੇ ਕੇਵਲ ਸਤ ਸੰਗਤ ਕਰਕੇ ਹੀ ਉਸ ਹਰੀ ਰੂਪ ਹੀਰੇ ਦੀ ਪ੍ਰਾਪਤੀ ਦਾ ਗਿਆਨ ਹੋ ਸਕਦਾ। ਰੱਬੀ ਬਾਣੀ ਦੀ ਵਿਚਾਰ ਤੇ ਮਿਲਿਆ ਹੋਇਆਂ ਦੀ ਮੁਬਾਰਕ ਰਸਨਾ ਤੋਂ ਆਚਾਰੀ ਹੋਈ ਜੋ ਬਾਣੀ ਹੈ, ਤੇ ਉਹਨਾਂ ਮਿਲਿਆ ਹੋਇਆਂ ਭਗਤਾਂ ਨੇ ਬਿਲਕੁਲ ਸਪਸ਼ਟ ਇਸ ਸੰਸਾਰ ਨੂੰ ਸੱਚਾ ਤੇ ਸੁੱਚਾ ਉਪਦੇਸ਼ ਬਖਸ਼ਿਆ ਕਿ ਅਸੀਂ ਇਸ ਤਰ੍ਹਾਂ ਪਹੁੰਚੇ ਹਾਂ ਪਰਮਾਤਮਾ ਤੱਕ, ਤੇ ਪਰਮਾਤਮਾ ਦੇ ਵਿੱਚ ਇਸ ਤਰ੍ਹਾਂ ਅਭੇਦ ਹੋਏ ਹਾਂ। ਹੁਣ ਪਰਮਾਤਮਾ ਨੂੰ ਮਿਲਣ ਦਾ ਇਹੀ ਇੱਕੋ ਇੱਕ ਰਸਤਾ ਹੈ, ਜੋ ਸ਼ਰਧਾ, ਭਾਵਨਾ, ਪ੍ਰੇਮ ਤੇ ਵੱਡੀ ਹਿਰਦੇ ਦੇ ਵਿੱਚ ਤੜਪ ਤੇ ਭੁੱਖ ਤੇ ਪਿਆਸ ਪੈਦਾ ਹੋਣੀ। ਹਰ ਸੋ ਹੀਰਾ ਛਾੜ ਕੇ ਕਰਹਿ ਆਣ ਕੀ ਆਸ, ਤੇ ਨਰ ਦੋਚਕ ਜਾਹੇਂਗੇ ਸਤ ਭਾਖੈ ਰਵਿਦਾਸ। ਭਾਵੇਂ ਕੋਈ ਅਰਬਾਂਪਤੀ ਹੈ, ਭਾਵੇਂ ਕੋਈ ਬਾਦਸ਼ਾਹ ਹੈ, ਤੇ ਭਾਵੇਂ ਕੋਈ ਬਹੁਤ ਪੜ੍ਹਿਆ ਲਿਖਿਆ ਮਨੋ ਵਿਗਿਆਨਕਾਰ ਜਾਂ ਸਾਇੰਸਦਾਨ ਹੈ, ਭਾਵੇਂ ਕਿਸੇ ਦਾ ਪੂਰੇ ਸੰਸਾਰ ਦੇ ਵਿੱਚ ਨਾਂ ਚੱਲਦਾ ਹੈ, ਪਰ ਭਗਤ ਰਵਿਦਾਸ ਜੀ ਕਹਿੰਦੇ ਤੇ ਨਰ ਦੋਚਕ ਜਾਹੇਂਗੇ। ਜਿਨ੍ਹਾਂ ਨੇ ਪਰਮਾਤਮਾ ਪਰਮੇਸ਼ਰ ਦੀ ਪ੍ਰਾਪਤੀ ਤੇ ਸਿਮਰਨ ਸਾਧਨਾ ਸਤਸੰਗਤ ਸੇਵਾ ਨਹੀਂ ਕੀਤੀ, ਭਗਤ ਰਵਿਦਾਸ ਜੀ ਕਹਿੰਦੇ ਉਹ ਦੋਚਕਾਂ ਦੀ ਅੱਗ 'ਚ ਸੜਨਗੇ। ਇਹ ਪੱਕੀ ਗਰੰਟੀ ਹੈ, ਕਿਉਂਕਿ ਸਤ ਭਾਖੈ ਰਵਿਦਾਸ। ਇਹ ਭਗਤ ਰਵਿਦਾਸ ਜੀ ਨੇ ਸੱਚ ਆਖਣਾ ਕੀਤਾ। ਪ੍ਰਭੂ ਪਰਮਾਤਮਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਮਿਲਾਪ ਤੋਂ ਉਪਰੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰੱਬੀ ਬਾਣੀ ਦੇ ਵਿੱਚ ਜੋ ਭਗਤ ਰਵਿਦਾਸ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਇਹ ਉਪਦੇਸ਼ ਬਖਸ਼ਿਆ। ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ, ਸੋਰਠ ਨਾਮ ਰਾਗ ਦਾ ਹੈ। ਭਗਤ ਰਵਿਦਾਸ ਜੀ ਦੀ ਮੁਬਾਰਕ ਰਸਨਾ ਤੋਂ ਇਹ ਸ਼ਬਦ ਆਚਾਰਿਆ ਹੋਇਆ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਅਕਾਲ ਪੁਰਖ ਪਰਮਾਤਮਾ ਓੰਕਾਰ ਸਰਬ ਪ੍ਰਕਾਸ਼ਕ, ਤੇ ਸਤ ਜੋ ਅਵਨਾਸੀ ਹੈ, ਗੁਰ ਚੇਤਨ ਸਰੂਪ, ਤੇ ਸੱਚੇ ਗੁਰੂ ਦੀ ਕਿਰਪਾ ਤੇ ਰਹਿਮਤ ਦਾ ਸਦਕਾ ਪ੍ਰਭੂ ਪਿਆਰੇ ਦਾ ਮਿਲਾਪ ਹੁੰਦਾ। ਗੁਰੂ ਅਰਜਨ ਦੇਵ ਮਹਾਰਾਜ ਜੀ ਲਾਹੌਰ ਹਨ। ਗੁਰੂ ਰਾਮਦਾਸ ਮਹਾਰਾਜ ਜੀ ਦੀ ਆਗਿਆ ਪਾ ਕੇ ਤੇ ਉਹ ਵਿਆਹ ਦੇ ਵਿੱਚ ਹਾਜ਼ਰੀ ਲਵਾਉਣ ਵਾਸਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਭੇਜੇ। ਪਰ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਦੇ ਅੰਦਰ ਇੰਨੀ ਤੜਪ ਹੈ, ਭੁੱਖ ਪਿਆਸ ਹੈ। ਹੁਣ ਇੱਕ ਇੱਕ ਛਿੰਨ ਵਿਛੋੜੇ ਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਸਹਿਆ ਨਹੀਂ ਜਾ ਰਿਹਾ। ਫਿਰ ਆਪ ਸਾਰੀਆਂ ਸੰਗਤਾਂ ਨੂੰ ਪਤਾ ਵੀ ਜਦੋਂ ਉੱਥੋਂ ਚਿੱਠੀਆਂ ਭੇਜੀਆਂ, ਪਿਰਥੀ ਚੰਦ ਨੇ ਲਕੋ ਲਈਆਂ। ਜਦੋਂ ਪਰਦਾ ਚੱਕਿਆ ਗਿਆ ਫਿਰ ਪਤਾ ਲੱਗਾ, ਪਰ ਉਹਨਾਂ ਚਿੱਠੀਆਂ ਦੇ ਵਿੱਚ, ਉਹਨਾਂ ਸ਼ਬਦਾਂ ਦੇ ਵਿੱਚ ਜੋ ਤੜਫ ਹੈ, ਉਹ ਪੂਰਾ ਸੰਸਾਰ ਉਸ ਤੜਫ ਨੂੰ ਸਮਝ ਸਕਦਾ ਕਿ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਤੇਰਾ ਮੁਖ ਸੁਹਾਵਾ ਜੀਓ ਸਹਿਜ ਤੁਨ ਬਾਣੀ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਜਦੋਂ ਬਖਸ਼ਿਸ਼ ਹੋ ਗਈ ਫਿਰ ਭਾਗ ਹੋਆ। ਗੁਰ ਸੰਤ ਮਿਲਾਇਆ ਪ੍ਰਭ ਅਬਨਾਸੀ, ਘਰ ਮਹਿ ਪਾਇਆ। ਕਿ ਘਰ ਦੇ ਵਿੱਚ ਹੀ ਬ੍ਰਹਮ ਪਰਮਾਤਮਾ ਦਾ ਰੂਪ, ਦੁਨਿਆਵੀ ਤੌਰ ਤੇ ਮੇਰੇ ਪਿਤਾ ਦੇ ਰੂਪ ਦੇ ਵਿੱਚ ਹੀ ਰੱਬ ਮੈਨੂੰ ਮਿਲ ਗਿਆ। ਹੁਣ ਭਗਤ ਰਵਿਦਾਸ ਜੀ ਬਖਸ਼ਿਸ਼ ਕਰਦੇ, ਜਬ ਹਮ ਹੋਤੇ ਤਬ ਤੂੰ ਨਾਹੀ। ਭਾਵੇਂ ਇਸ ਪਾਵਨ ਪਵਿੱਤਰ ਸ਼ਬਦ ਦਾ ਜੋ ਅੰਤਰੀਵ ਭਾਵ ਤੇ ਕੇਂਦਰੀ ਭਾਵ ਜਿੱਥੋਂ ਵਿਆਖਿਆ ਸ਼ੁਰੂ ਹੁੰਦੀ ਹੈ, ਅਰਥ ਸ਼ੁਰੂ ਕੀਤੇ ਵਿਦਵਾਨਾਂ ਨੇ, ਮਾਧਵੇ ਕਿਆ ਕਹੀਐ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ।
ਬਹੁਤ ਵੱਡਾ ਸੰਸਾਰ ਦਾ ਭੁਲੇਖਾ, ਜਿਸ ਭੁਲੇਖੇ ਦੇ ਵਿੱਚ ਸੰਸਾਰ ਗਲਤਾਨ ਹੋਇਆ, ਬੇਕੀਮਤੀ ਸਮਾਂ ਤੇ ਬੇਕੀਮਤੀ ਸਵਾਸ ਤੇ ਬਰਬਾਦ ਕਰ ਰਿਹਾ। ਕਿਉਂਕਿ ਇਹ ਵੱਡਾ, ਇਸ ਤੋਂ ਕੋਈ ਭੁਲੇਖਾ ਨਹੀਂ ਹੋ ਸਕਦਾ ਤੇ ਕਰਨ ਵਾਲਾ ਕੋਈ ਹੋਰ ਹੋਵੇ ਤੇ ਇਹ ਕਰਤਾ ਬਣ ਕੇ ਮੋਰੇ ਮੋਰੇ ਨੱਠਾ ਭੱਜਾ ਫਿਰੇ। ਜੋ ਕਰ ਰਿਹਾ ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਿਹਾ। ਇਹ ਸਤਿਗੁਰਾਂ ਦੇ ਪਾਵਨ ਪਵਿੱਤਰ ਬਚਨ। ਹੁਣ ਇਹ ਤੋਂ ਵੱਡਾ ਭੁਲੇਖਾ ਕੀ ਹੋ ਸਕਦਾ ਕਿ ਕਰਨ ਵਾਲਾ ਕੋਈ ਹੋਰ ਹੋਵੇ ਤੇ ਇਹ ਮਨੁੱਖ ਕਰਤਾ ਬਣ ਕੇ ਸਾਰੀ ਜ਼ਿੰਦਗੀ ਬਰਬਾਦ ਕਰ ਦੇਵੇ। ਇਹਨੂੰ ਸਮਝੇ ਨਾ ਲੱਗੇ ਵੀ ਸੰਸਾਰ ਦੇ ਵਿੱਚ ਕਿਸ ਦਾ ਹੁਕਮ, ਕਿਸ ਦੀ ਆਗਿਆ, ਕਿਸ ਦੇ ਆਸਰੇ ਇਹ ਸੰਸਾਰ ਖੜੋਤਾ, ਕਿਸ ਨੇ ਪੈਦਾ ਕੀਤਾ, ਕੌਣ ਇਹਦੀ ਲੈਤਾ ਕਰ ਰਿਹਾ। ਹਰ ਇੱਕ ਜੀਵ ਨੂੰ ਜਨਮ ਦੇ ਕੇ ਤੇ ਕੌਣ ਰੋਜੀ ਦੇ ਰਿਹਾ, ਵੱਡਾ ਭੁਲੇਖਾ ਪਿਆ। ਤੇ ਮਨੁੱਖ ਇਹੀ ਸਮਝਦਾ ਕਿ ਮੈਂ ਆਹ ਕੁਝ ਕਰਾਂ ਤਾਂ ਹੀ ਅਸੀਂ ਪੇਟ ਭਰ ਸਕਦੇ ਹਾਂ, ਪਰਿਵਾਰ ਪੇਟ ਭਰ ਸਕਦਾ। ਦੇਸ਼ ਦਾ ਰਾਜਾ ਕਹਿੰਦਾ ਮੈਂ ਹੀ ਇੱਕ ਰਾਜਾ ਹਾਂ ਇਸ ਦੇਸ਼ ਦਾ, ਸਾਰੀ ਜਨਤਾ ਨੂੰ ਤੇ ਮੈਂ ਰੋਜੀ ਤੇ ਡਿਸਿਪਲਨ ਤੇ ਮਾਨ ਮਰਜ਼ਾਦਾ ਤੇ ਕੰਟਰੋਲ ਤੇ ਤਰੱਕੀ ਕਰਾ ਸਕਦਾ। ਹਕੀਕਤ ਵੇ ਕਰ ਰਿਹਾ ਅਕਾਲ ਪੁਰਖ ਪਰਮਾਤਮਾ, ਕਰਤਾ ਬਣ ਗਿਆ ਇਹ ਜੀਵ। ਕਿੱਡਾ ਵੱਡਾ ਭਰਮ ਹੋ ਗਿਆ, ਕਿੱਡਾ ਵੱਡਾ ਭੁਲੇਖਾ ਇਸ ਮਨੁੱਖ ਨੇ ਖਾ ਲਿਆ। ਉਥਾਨਕਾ ਸੰਪਰਦਾਵਾਂ ਵਿਦਵਾਨਾਂ ਨੇ ਇਸ ਪਾਵਨ ਪਵਿੱਤਰ ਸ਼ਬਦ ਦੀ ਇਸ ਤਰ੍ਹਾਂ ਲਿਖਣੀ ਕੀਤੀ ਵੀ ਜਦੋਂ ਭਗਤੀ ਸੰਪੂਰਨ ਹੋਈ ਨਾ, ਭਗਤ ਰਵਿਦਾਸ ਦੀ ਬੰਦਗੀ ਸਿਮਰਨ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਚਰਨਾਂ 'ਚ ਪ੍ਰਵਾਨ ਹੋ ਗਿਆ ਤੇ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦਰਸ਼ਨ ਦਿਦਾਰੇ ਦੇਣ ਵਾਸਤੇ ਭਗਤ ਰਵਿਦਾਸ ਜੀ ਦੇ ਸਾਹਮਣੇ ਖੜੋ ਗਏ। ਹੁਣ ਇਹ ਗੁਰਬਾਣੀ ਹੈ ਕਿ ਨਾਮਦੇਵ ਦੀ ਰੱਖਿਆ ਦੇ ਵਾਸਤੇ ਗਰੜ ਦੀ ਸਵਾਰੀ ਕਰਕੇ ਭਗਵਾਨ ਉਤਰਿਆ। ਪ੍ਰਹਿਲਾਦ ਦੀ ਰੱਖਿਆ ਦੇ ਵਾਸਤੇ ਨਰਸਿੰਘ ਬਣ ਕੇ ਤੇ ਥੰਮ ਦੇ ਵਿੱਚੋਂ ਐਨੀ ਆਵਾਜ਼ ਆਈ ਕਿ ਜਿਸ ਤਰ੍ਹਾਂ ਅਸਮਾਨੇ ਫਟ ਗਿਆ ਹੋਵੇ ਤੇ ਵਿੱਚੋਂ ਨਰਸਿੰਘ ਨਿਕਲਿਆ। ਕੋਈ ਖਿਆਲ ਆਵੇ ਵੀ ਰੱਬ ਕਿੱਦਾਂ ਦਰਸ਼ਨ ਦੇ ਸਕਦਾ, ਉਹਦੇ ਅੱਗੇ ਕਿਵੇਂ ਖੜੋ ਗਿਆ। ਬਹੁਤ ਜ਼ਿਆਦਾ ਐਸੀਆਂ ਵਿਚਾਰਾਂ ਜਾਂ ਸ਼ੈਤਾਨ ਬਿਰਤੀ ਦੀ ਇਹ ਕਾਢ ਹੈ ਵੀ ਜਦੋਂ ਉਹਦੀ ਕੋਈ ਜੂਨੇ ਨਹੀਂ, ਉਹਦੀ ਕੋਈ ਸੂਰਤ ਹੀ ਨਹੀਂ, ਉਹਨੇ ਕਿੱਦਾਂ ਦਰਸ਼ਨ ਦਿਦਾਰੇ ਦੇ ਦਿੱਤੇ। ਪਰ ਰੱਬੀ ਬਾਣੀ ਨੂੰ ਕੋਈ ਚਖਲਾ ਨਹੀਂ ਸਕਦਾ, ਕੋਈ ਇਹ ਨਹੀਂ ਕਹਿ ਸਕਦਾ ਇਹ ਗਲਤ ਹੈ। ਗਰੜ ਚੜੇ ਗੋਵਿੰਦ ਆਏ ਲਾ। ਤੇ ਨਰਸਿੰਘ ਦਾ ਅਵਤਾਰ ਧਾਰ ਕੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਨੇ ਪ੍ਰਹਿਲਾਦ ਦੀ ਰੱਛਿਆ ਕੀਤੀ। ਹੁਣ ਹੋਲੇ ਮਹੱਲੇ ਦੇ ਦਿਨ ਚੱਲ ਰਹੇ ਹੈ ਤੇ ਇਸ ਦਾ ਜੋ ਪਿਛੋਕੜ ਹੈ, ਜੋ ਮੂਲ ਹੈ, ਜਿੱਥੋਂ ਇਹ ਹੋਲੀ ਦਾ ਤਿਉਹਾਰ ਆਰੰਭ ਹੋਇਆ, ਇਹ ਜਦੋਂ ਪ੍ਰਹਿਲਾਦ ਦੀ ਭੂਆ ਹੋਲਕਾ ਨੇ ਜਦੋਂ ਪ੍ਰਹਿਲਾਦ ਨੂੰ ਹੋਰ ਦੋਨੋਂ ਭੈਣਾਂ ਭਰਾਵਾਂ ਨੇ ਲੱਖ ਯਤਨ ਕੀਤੇ ਕਿ ਪ੍ਰਹਿਲਾਦ ਨੂੰ ਮੌਤ ਦੇ ਘਾਟ ਉਤਾਰ ਦਈਏ ਤੇ ਇਹ ਮਾਰ ਕੇ ਕੰਬਲੀ ਦੀ ਬੁੱਕਲ ਤੇ ਪ੍ਰਹਿਲਾਦ ਨੂੰ ਅੱਗ 'ਚ ਬਹਿ ਗਈ ਵੀ ਮੈਂ ਤਾਂ ਵਰ ਪ੍ਰਾਪਤ ਕੀਤਾ ਤੇ ਮੈਨੂੰ ਤਾਂ ਅੱਗ ਜਾਂ ਉਹ ਜੋ ਕੱਪੜਾ ਕਰਕੇ ਤੇ ਮੈਨੂੰ ਅੱਗ ਦਾ ਸੇਕ ਨਹੀਂ ਲੱਗਣਾ। ਹੋਇਆ ਉਲਟ, ਹੋਲਕਾ ਦਾ ਭੋਗ ਪੈ ਗਿਆ ਤੇ ਪ੍ਰਹਿਲਾਦ ਦੀ ਰੱਖਿਆ ਹੋ ਗਈ। ਹੁਣ ਉਸ ਦਿਨ ਤੋਂ ਇਹ ਹੋਲੀ ਦਾ ਤਿਉਹਾਰ ਮਤਲਬ ਸ਼ੁਰੂ ਹੋਇਆ ਤੇ ਸ਼ੁਰੂਆਤ ਕੀ ਹੈ
ਵੀ ਪਰਮਾਤਮਾ ਨੇ ਆਪਣੇ ਭਗਤ ਦੀ ਰੱਖਿਆ ਕੀਤੀ, ਸਹਾਇਤਾ ਕੀਤੀ। ਤੇ ਕਲਗੀਧਰ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਹੋਲੀ ਨੂੰ ਹੋਲਾ ਮਹੱਲਾ ਦਾ ਨਾਮ ਦੇ ਕੇ, ਤੇ ਹੋਲੇ ਦਾ ਜੋ ਅਰਥ ਹੈ, ਅਰਬੀ ਦਾ ਜੋ ਸ਼ਬਦ ਹੈ ਹੱਲਾ ਕਰਨਾ, ਮਹੱਲੇ ਦਾ ਅਰਥ ਹੈ ਵੀ ਜਦੋਂ ਦੁਸ਼ਮਣਾਂ 'ਤੇ ਚੜ੍ਹਾਈ ਕਰਨੀ, ਕਿਸ ਸਮੇਂ ਕਰਨੀ, ਕਿਸ ਤਰੀਕੇ ਦੇ ਨਾਲ ਕਰਨੀ ਤੇ ਕਿਸ ਜਗ੍ਹਾ ਤੋਂ ਕਰਨੀ, ਤੇ ਕਹਿੰਦੇ ਅੱਧੀ ਜੰਗ ਜਿੱਤੀ ਜਾਂਦੀ ਹੈ। ਹੁਣ ਹੋਲਾ ਮਹੱਲਾ ਖਾਲਸਾ ਪੰਥ ਇਸ ਰੂਪ 'ਚ ਕਲਗੀਧਰ ਮਹਾਰਾਜ ਦੇ ਸਮੇਂ ਮਨਾਉਣ ਲੱਗ ਪਿਆ ਕਿ ਵਧੀਆ ਤੋਂ ਵਧੀਆ ਸ਼ਸਤਰਾਂ ਦੀ ਪ੍ਰਦਰਸ਼ਨੀ ਤੇ ਸਿਖਲਾਈ ਤੇ ਜੌਹਰ ਘੋੜ ਸਵਾਰੀ ਦੇ ਦਿਖਾਲਣੇ, ਨੇਜੇ ਬਾਜੀ ਇਤਿਆਦਿਕ। ਜਿਸ ਤਰ੍ਹਾਂ ਚਰਨ ਗੰਗਾ 'ਚ ਮਹੱਲਾ ਕੱਢਿਆ ਜਾਂਦਾ, ਘੋੜ ਦੌੜ ਹੁੰਦੀ ਹੈ, ਨਿਹੰਗ ਸਿੰਘ ਨੇਜੇ ਦੇ ਨਾਲ ਗੁਰਮੁਖ ਪਿਆਰਿਓ ਉਹ ਛੋਟਾ ਜਿਹਾ ਬੂਝੇ ਦੇ ਸਲਵਾੜ ਹੁੰਦਾ, ਉਸ ਨੂੰ ਪੱਟ ਕੇ ਤੇ ਸੰਗਤਾਂ ਦੇ ਵਿੱਚ ਤੇ ਆਪਣੇ ਪੂਰੇ ਸਾਲ ਦੀ ਜੋ ਸਿੱਖਿਆ ਹੁੰਦੀ ਹੈ ਉਹ ਜੌਹਰ ਦਿਖਾਲਦੇ ਆ। ਤੇ ਇਸੇ ਤਰ੍ਹਾਂ ਜੋ ਗਤਕਈ ਸਿੰਘ ਹੈ, ਗਤਕਾ ਖੇਲਣ ਵਾਲੇ, ਤੇ ਹੋਲੇ ਮਹੱਲੇ ਵਾਲੇ ਦਿਨ ਜਿੱਥੇ ਬੇਅੰਤ ਤਰ੍ਹਾਂ ਦੇ ਹਥਿਆਰ ਕਲਗੀਧਰ ਮਹਾਰਾਜ ਦੇ ਚਰਨਾਂ 'ਚ ਭੇਟਾ ਕੀਤੇ ਜਾਂਦੇ, ਅਤਰ ਫਲੇਰ ਇੱਕ ਦੂਜੇ 'ਤੇ ਪਿਚਕਾਰੀਆਂ ਮਾਰੀਆਂ ਜਾਂਦੀਆਂ, ਤੇ ਵਸੰਤ ਰਾਗ ਦੇ ਵਿੱਚ ਗੁਰਬਾਣੀ ਗਾਈ ਜਾਂਦੀ ਕਿ ਹੋਲੀ ਕੀਨੀ ਸੰਤ ਸੇਵ, ਰੰਗ ਲਾਗਾ ਅਤ ਲਾਲ ਦੇਵ। ਤੇ ਕਈ ਸੂਰਬੀਰ ਯੋਧਿਆਂ ਨੇ ਆਪਣੇ ਆਪ ਦੀ ਹੀ ਅਰਦਾਸ ਕਰਾ ਦੇਣੀ ਕਿ ਕਲਗੀਧਰ ਮਹਾਰਾਜ ਜੀ ਹੁਣ ਅਸੀਂ ਆਪ ਜੀ ਦੇ ਚਰਨਾਂ 'ਚ ਹੀ ਰਹਿਣਾ, ਸੇਵਾ ਸਿਮਰਨ ਤੇ ਬਹਾਦਰਾ ਵਾਂਗੂ ਸਾਡੇ 'ਤੇ ਕਿਰਪਾ ਬਖਸ਼ਿਸ਼ ਰਹਿਮਤ ਕਰਿਓ ਕਿ ਅਸੀਂ ਜੰਗਾਂ ਯੁੱਧਾਂ ਦੇ ਵਿੱਚ ਹਿੱਸਾ ਲੈ ਕਰਕੇ ਤੇ ਸ਼ਹਾਦਤ ਨੂੰ ਪ੍ਰਾਪਤ ਹੋ ਸਕੀਏ। ਹੁਣ ਇਹ ਸੀ ਹਕੀਕਤ। ਪਰ ਜਿੱਦਾਂ ਪਹਿਲਾਂ ਹੋਲੀ ਦੇ ਨਾਂ 'ਤੇ, ਹੋਲੀ ਦੇ ਤਿਉਹਾਰ 'ਤੇ ਗਲਤ ਵਰਤੋਂ ਕੀਤੀ ਗਈ, ਲੱਚਰ ਗੀਤਾਂ ਦਾ ਗੰਦ ਮੰਦ ਇੱਕ ਦੂਜੇ ਦੇ ਉੱਪਰ ਸੱਟਣਾ ਤੇ ਕਈ ਇਹੋ ਜਿਹੀਆਂ ਚੀਜ਼ਾਂ 'ਤੇ ਰੰਗ ਪਾ ਦੇਣਾ, ਚੀਜ਼ਾਂ ਹੀ ਖਰਾਬ ਹੋ ਜਾਣੀਆਂ, ਅੱਖਾਂ ਦੇ ਵਿੱਚ ਰੰਗ ਸੱਟ ਦੇਣਾ। ਹੁਣ ਵੀ ਕਾਫੀ ਜਨਤਾ ਐਸਾ ਹੀ ਕਰਦੀ ਹੈ, ਪਰ ਕਰੀਤੀਆਂ ਤੋਂ ਆਵਾਜ਼ ਨਹੀਂ ਆਉਂਦੀ। ਪਰ ਕਲਗੀਧਰ ਮਹਾਰਾਜ ਜੀ ਨੇ ਖਾਲਸਾ ਪੰਥ ਬਾਣੀ ਬਾਣੇ ਦੇ ਧਾਰਨ ਸਿੱਖ ਪੰਥ ਨੂੰ ਹੋਲੇ ਮਹੱਲੇ ਦੇ ਮਨਾਉਣ ਦੀ ਤਾਕੀਦ ਕੀਤੀ। ਹਰ ਇੱਕ ਖਾਲਸੇ ਨੂੰ ਇਹ ਹੁਕਮ ਕੀਤਾ। ਇਸੇ ਤਰ੍ਹਾਂ ਬੇਅੰਤ ਸਿੱਖ ਸੰਗਤਾਂ ਹੋਲਾ ਮਹੱਲਾ ਬਣਾਉਣ ਵਾਸਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਗੁਰੂ ਦੇ ਚਰਨਾਂ 'ਚ ਪਹੁੰਚਦੀਆਂ। ਕਹਿਣ ਤੋਂ ਭਾਵ ਗੁਰਮੁਖ ਪਿਆਰਿਓ ਵੇ ਐਡਾ ਵੱਡਾ ਭੁਲੇਖਾ, ਇਸ ਜੀਵ ਨੂੰ ਐਡਾ ਵੱਡਾ ਵਹਿਮ, ਦਿਨ ਰਾਤ ਮਨੁੱਖ ਇਹੀ ਬੋਲੀ ਬੋਲਦਾ ਕਿ ਮੈਂ ਕੰਮ ਨਾ ਕਰਾਂ ਤੇ ਪਰਿਵਾਰ ਬੱਚਿਆਂ ਨੂੰ ਮਿਹਣੇ ਤਾਨੇ, ਤੁਸੀਂ ਪੜ੍ਹ ਨਹੀਂ ਸਕਦੇ, ਤੁਸੀਂ ਵੱਡੇ ਨਹੀਂ ਹੋ ਸਕਦੇ, ਤੁਸੀਂ ਕਾਮਯਾਬ ਨਹੀਂ ਹੋ ਸਕਦੇ। ਸਾਡੇ ਮਾਤਾ ਪਿਤਾ ਸਾਨੂੰ ਇਹ ਗੱਲ ਕਹਿੰਦੇ ਰਹੇ, ਅਸੀਂ ਆਪਣੀ ਔਲਾਦ ਨੂੰ ਇਹ ਗੱਲ ਕਹੀ ਜਾਂਦੇ ਹਾਂ। ਪਰ ਭਗਤ ਰਵਿਦਾਸ ਜੀ ਕਹਿੰਦੇ ਵੱਡਾ ਭੁਲੇਖਾ ਮਾਧਵੇ ਕਿਆ ਕਹੀਐ ਪ੍ਰਮ ਐਸਾ। ਜਦੋਂ ਰਵਿਦਾਸ ਦੀ ਭਗਤੀ ਬੰਦਗੀ ਪੂਰੀ ਹੋਈ, ਪਰਮਾਤਮਾ ਸਨਮੁਖ ਖੜਾ ਹੋਇਆ, ਭਗਤ ਰਵਿਦਾਸ ਜੀ ਚੌਂਕੜਾ ਖੋਲ੍ਹ ਕੇ ਤੇ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ 'ਚ ਨਮਸਕਾਰ ਡੰਡੌਤ ਤੇ ਚਰਨ ਪਰਸਣ ਵਾਸਤੇ ਅੱਗੇ ਵਧੇ ਤੇ ਪਰਮਾਤਮਾ ਆਪਣੀ ਮੌਜ 'ਚ ਹੋਰ ਪਿੱਛੇ ਨੂੰ ਹੋ ਗਏ। ਭਗਤ ਰਵਿਦਾਸ ਜੀ ਕਹਿੰਦੇ ਵੇ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖ ਹੈ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਪਿਓ ਦਰਸ਼ਨ ਦੇਖੇ। ਪਹਿਲਾਂ ਕਿੰਨੇ ਜਨਮਾਂ ਤੋਂ ਵਿਛੋੜਾ, ਹੁਣ ਇਸ ਜਨਮ ਦੇ ਵਿੱਚ ਲੰਮੇ ਸਮੇਂ ਦੀ ਸਾਧਨਾ ਵੇ ਜੇ ਤੇਰੇ ਚਰਨਾਂ 'ਚ ਪ੍ਰਵਾਨ ਹੋ ਹੀ ਗਈ ਹੈ, ਤੂੰ ਦਰਸ਼ਨ ਦਿਦਾਰੇ ਦੇ ਹੀ ਦਿੱਤੇ, ਫਿਰ ਪਰੇ ਨੂੰ ਜਾ ਰਿਹਾ। ਭਗਵਾਨ ਹੱਸ ਬੋਲੇ, ਕਹਿੰਦੇ ਰਵਿਦਾਸ ਜੀ ਇਸ ਕਰਕੇ ਮੈਂ ਪਰੇ ਨੂੰ ਹੋ ਰਿਹਾ
ਬੇ ਤੂੰ ਸ਼ੂਦਰ ਹੈ, ਤੂੰ ਚਮਾਰ ਹੈ, ਤੇਰੇ ਹੱਥ ਲੱਗਣ ਦੇ ਨਾਲ ਮੇਰੇ ਚਰਨਾਂ ਤੇ ਮੈਂ ਵੀ ਪਿੱਟਿਆ ਜਾਣਾ। ਭਗਤ ਰਵਿਦਾਸ ਜੀ ਨੇ ਦੇਖਿਆ, ਫਿਰ ਪੁੱਛਿਆ, ਫਿਰ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਨੇ ਭਗਤ ਰਵਿਦਾਸ ਜੀ ਨੂੰ ਕਹਿਣਾ ਕੀਤਾ ਵੀ ਇਹ ਸੰਸਾਰ ਦੀ ਮੈਂ ਗੱਲ ਕੀਤੀ ਆ ਵੀ ਜੋ ਸੰਸਾਰ ਜਿਸ ਭੁਲੇਖੇ ਦੇ ਵਿੱਚ ਪਿਆ ਹੋਇਆ ਹੈ, ਹੁਣ ਤਾਂ ਰਵਿਦਾਸ ਤੇ ਭਗਵਾਨ ਇੱਕ ਹੀ ਹੋ ਗਏ ਆ। ਤੇ ਭਗਤ ਰਵਿਦਾਸ ਜੀ ਕਹਿੰਦੇ ਵੀ ਜਿਸ ਭੁਲੇਖੇ ਨੂੰ ਛੂਤ ਛਾਤ ਤੋਂ ਛੁਟਕਾਰਾ ਪਾਉਣ ਵਾਸਤੇ ਮੈਂ ਭਗਤੀ ਬੰਦਗੀ ਕੀਤੀ, ਮਹਾਰਾਜ ਤੁਸੀਂ ਸੰਸਾਰ ਦੀ ਬੋਲੀ ਬੋਲ ਰਹੇ ਹੋ। ਤੇ ਫਿਰ ਪਰਮੇਸ਼ਰ ਨੇ ਪਿਆਰ ਦੇ ਵਿੱਚ ਆ ਕੇ ਗਲਵੱਕੜੀ 'ਚ ਲੈ ਕੇ ਭਗਤ ਰਵਿਦਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਭਗਤ ਤੇ ਵੱਡੀ ਕਿਰਪਾ ਕੀਤੀ। ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਮਾਧਵੇ ਕਿਆ ਕਹੀਐ ਭ੍ਰਮ ਐਸਾ। ਰਵਿਦਾਸ ਜੀ ਕਹਿੰਦੇ ਹੈ ਅਕਾਲ ਪੁਰਖ ਪਰਮਾਤਮਾ, ਮੈਂ ਬਹੁਤ ਜ਼ੋਰ ਲਾਇਆ ਇਸ ਸੰਸਾਰ ਦਾ ਇਹ ਭੁਲੇਖਾ ਕੱਢਣ ਵਾਸਤੇ, ਪਰ ਸੰਸਾਰ ਦੇ ਹਿਰਦਿਆਂ 'ਚੋਂ ਇਹ ਭੁਲੇਖਾ ਆਪ ਜੀ ਦੀ ਕਿਰਪਾ ਸਿਮਰਨ ਸਾਧਨਾ ਸੱਚਾ ਗੁਰੂ ਤੇ ਧਿਆਨ ਤੋਂ ਬਗੈਰ ਇਹ ਭੁਲੇਖਾ ਨਹੀਂ ਨਿਕਲ ਸਕਦਾ। ਕਿਉਂਕਿ ਵਹਿਮ ਤੇ ਭਰਮ ਕਹਿੰਦੇ ਹੀ ਉਸ ਨੂੰ ਹੈ, ਜੈਸਾ ਮਾਨੀਐ ਹੋਏ ਨਾ ਤੈਸਾ। ਜਿੱਦਾਂ ਦਾ ਇਸ ਮਨ ਨੇ ਮੰਨ ਲਿਆ ਹੈ ਨਹੀਂ। ਇਹ ਕਹਿੰਦਾ ਮੈਂ ਹੀ ਸਭ ਕੁਝ ਹੈ, ਮੈਂ ਆਹ ਕੁਝ ਕਰਾਂ ਤਾਂ ਹੀ ਆਹ ਕੁਝ ਹੋ ਸਕਦਾ। ਪਰ ਜੋ ਕਰਤਾ ਪੁਰਖ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਹੈ, ਇਹ ਸਾਰੇ ਸੰਸਾਰੀ ਜੀਵਾਂ ਤੇ ਗਲ ਦੇ ਵਿੱਚ ਹੁਕਮ ਰੂਪੀ ਰੱਸੀ ਪਰਮਾਤਮਾ ਨੇ ਪਾਈ ਹੈ। ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵੇਖੈ ਕਰ ਵਿਚਾਰ। ਜੋ ਹੋਆ ਹੋਵ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਨੈ। ਜਬ ਹਮ ਹੋਤੇ ਤਬ ਤੂ ਨਾਹੀ। ਰਵਿਦਾਸ ਜੀ ਕਹਿੰਦੇ ਰਤੀ ਮਾਤਰ ਵੀ ਜਦੋਂ ਮੇਰੇ 'ਚ ਹਉਮੈ ਸੀ ਨਾ, ਮੈਂ ਆਪਣੇ ਆਪ ਦੀ ਹੋਂਦ ਨੂੰ ਕੁਝ ਸਮਝਦਾ ਸੀ। ਹੇ ਅਕਾਲ ਪੁਰਖ ਪਰਮਾਤਮਾ, ਤੇਰੇ ਦਰਸ਼ਨ ਦਿਦਾਰੇ ਨਹੀਂ ਸੀ ਹੋਣੇ। ਜੇ ਤੇਰੇ ਦਰਸ਼ਨ ਦਿਦਾਰੇ ਹੋ ਗਏ ਆ, ਇਸ ਦਾ ਮਤਲਬ ਕਿ ਮੇਰੇ ਹਿਰਦੇ ਦੇ ਵਿੱਚੋਂ ਰੋਮ ਰੋਮ 'ਚੋਂ ਇਹ ਜੋ ਹੰਕਾਰ ਦੀ ਬਦਬੂ ਹੈ, ਮੈਂ ਦੀ ਬਦਬੂ ਹੈ, ਇਹ ਖਤਮ ਹੋ ਗਏ, ਤਾਂ ਤੇਰੇ ਦਰਸ਼ਨ ਦਿਦਾਰੇ ਹੋਏ ਹਨ। ਜਬ ਹਮ ਹੋਤੇ ਤਬ ਤੂ ਨਾਹੀ। ਹੁਣ ਇੰਨਾ ਕੁ ਤਾਂ ਵਿਚਾਰ ਕਰ ਸਕਦੇ ਹਾਂ ਵੀ ਸਾਡੀ ਸੇਵਾ ਦੇ ਵਿੱਚ, ਸਾਡੇ ਸਿਮਰਨ ਦੇ ਵਿੱਚ, ਸਾਡੇ ਨਿਤਨੇਮ ਦੇ ਵਿੱਚ, ਸਾਡੇ ਜੀਵਨ ਦੇ ਵਿੱਚ ਤੇ ਕਿਤੇ ਮੈਂ ਦੀ ਆਵਾਜ਼ ਤਾਂ ਨਹੀਂ, ਕਿਤੇ ਪਰਮਾਤਮਾ ਦੇ ਨਾਮ ਦੀ ਮਾਲਾ ਦੇ ਥੱਲੇ ਕਿਤੇ ਆਪਣੀ ਤਾਂ ਨਹੀਂ ਮਾਲਾ ਫੇਰ ਲਏ ਹਰਨਾਕਸ਼ ਵਾਂਗੂ ਵੀ ਮੇਰਾ ਹੀ ਚਾਰ ਚਫੇਰੇ ਬੋਲ ਬਾਲਾ ਹੋਵੇ, ਮੇਰੇ ਹੀ ਨਾਮ ਦੀ ਸਕੂਲਾਂ ਦੇ ਵਿੱਚ ਪੜ੍ਹਾਈ ਹੋਵੇ, ਜ਼ਮੀਨ ਅਸਮਾਨ ਤੇ ਦੁਨੀਆ ਦੇ ਕੋਨੇ ਕੋਨੇ ਤੇ ਸਿਕੰਦਰ ਬਾਦਸ਼ਾਹ ਵਾਂਗੂ ਮੇਰਾ ਹੀ ਰਾਜ ਹੋਵੇ। ਕਿਤੇ ਐਸੀ ਤਾਂ ਨਹੀਂ ਭਾਵਨਾ। ਭਗਤ ਰਵਿਦਾਸ ਜੀ ਕਿਰਪਾ ਕਰਦੇ, ਜਬ ਹਮ ਹੋਤੇ ਤਬ ਤੂ ਨਾਹੀ। ਇਹ ਰਵਿਦਾਸ ਜੀ ਨੇ ਆਪਣੇ ਆਪ ਨੂੰ ਆਖਿਆ, ਪਰ ਸਾਰੇ ਸੰਸਾਰ ਨੂੰ ਵੱਡਾ ਉਪਦੇਸ਼ ਹੈ ਵੀ ਜਿੰਨਾ ਚਿਰ ਮਨੁੱਖ ਤੂੰ ਆਪਣੇ ਆਪ ਨੂੰ ਕੁਝ ਸਮਝ ਰਿਹਾ ਤੇ ਸੁਪਨਾ ਵੀ ਨਾ ਲਈ ਉਸ ਪਰਮ ਪਿਤਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦਾ। ਜਬ ਹਮ ਹੋਤੇ ਤਬ ਤੂੰ ਨਾਹੀ। ਕਹਿੰਦੇ ਮਹਾਰਾਜ ਜੇ ਆਪ ਜੀ ਵਾਂਗੂ ਕੋਈ ਭਗਤੀ ਬੰਦਗੀ ਧਿਆਨ ਤੇ ਸੱਚਾ ਗੁਰੂ ਪ੍ਰਾਪਤ ਕਰਕੇ ਗੁਰ ਦੀਖਿਆ ਤੇ ਗੁਰਮੰਤਰ ਦਾ ਕਰੇਗਾ ਸਿਮਰਨ, ਫਿਰ ਕਹਿੰਦੇ ਆਪ ਤੂੰ ਹੀ ਮੈਂ ਨਾਹੀ। ਕਹਿੰਦੇ ਫਿਰ ਮੈਂ ਨਹੀਂ ਉਹਨਾਂ ਦੇ ਹਿਰਦਿਆਂ 'ਚ, ਮੈਂ ਦੀ ਆਵਾਜ਼ ਨਹੀਂ ਆਵੇਗੀ। ਫਿਰ ਤਾਂ ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਾਹਾ ਨਾ ਹੂੰ। ਫਿਰ ਤਾਂ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਬਾਦਸ਼ਾਹ ਹੋਣ ਦੇ ਨਾਤੇ ਵੀ ਪੂਰਾ ਭਗਤ ਵੀ ਹੈ। ਅਨਲ ਅਗਮ ਜੈਸੇ ਲਹਿਰ ਮੈਂ ਔਧਦ, ਜਲ ਕੇਵਲ ਜਲ ਮਾਹੀ।
ਭਗਤ ਰਵਿਦਾਸ ਜੀ ਕਹਿੰਦੇ ਵੀ ਜੇ ਕੋਈ ਇਹ ਗੱਲ ਆਖੇ ਨਾ ਵੀ ਮੈਂ ਆਪਣੇ ਪਰਿਵਾਰ ਨੂੰ ਕਿਵੇਂ ਕਹਿ ਦਾਂ ਕਿ ਇਹ ਮੇਰਾ ਪਰਿਵਾਰ ਨਹੀਂ, ਸਰੀਰ ਨੂੰ ਕਿਵੇਂ ਕਹਿ ਦਾਂ ਇਹ ਮੇਰਾ ਸਰੀਰ ਨਹੀਂ, ਜ਼ਮੀਨ ਜਾਇਦਾਦ ਪ੍ਰਾਪਰਟੀ ਨੂੰ ਕਿਵੇਂ ਕਹਿ ਦੇਵਾਂ ਕਿ ਮੇਰੀ ਨਹੀਂ। ਭਗਤ ਰਵਿਦਾਸ ਜੀ ਕਹਿੰਦੇ ਪ੍ਰੇਮੀਆਂ ਇਹ ਤੇਰੀ ਪ੍ਰਾਪਰਟੀ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਸਾਗਰ ਤੇ ਸਮੁੰਦਰ ਦੀ ਲਹਿਰ ਹੈ। ਅਨਲ ਹਵਾ ਨੂੰ ਕਹਿੰਦੇ ਆ ਅਗੰਮ ਗਮਤਾ ਤੋਂ ਰਹਿਤ, ਜੋ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਹੈ। ਜੈਸੇ ਲਹਿਰ ਮੈਂ ਔਧਦ ਸਾਗਰ ਦੇ ਵਿੱਚ ਤੂਫਾਨ ਤੇ ਹਵਾ ਕਰਕੇ ਉੱਚੀ ਲਹਿਰ ਹੋਵੇ ਤੇ ਲਹਿਰ ਇਹ ਸਮਝੇ ਵੀ ਪਾਣੀ ਤੇ ਸਾਗਰ ਸਮੁੰਦਰ ਹੋਰ ਹੈ, ਮੈਂ ਹੋਰ ਹਾਂ। ਹਕੀਕਤ ਤਾਂ ਇਹ ਹੈ ਕਿ ਜਲ ਕੇਵਲ ਜਲ ਮਾਹੀ, ਉਸ ਪਾਣੀ ਦੇ ਵਿੱਚੋਂ ਹੀ ਹਵਾ ਦੇ ਕਾਰਨ ਲਹਿਰ ਪੈਦਾ ਹੋਈ। ਦੇਖਦਿਆਂ ਦੇਖਦਿਆਂ ਲਹਿਰ ਨੇ ਪਾਣੀ ਦੇ ਵਿੱਚ ਹੀ ਸਮਾ ਜਾਣਾ। ਕੀਤੇ ਕਰਮਾਂ ਦੇ ਅਨੁਸਾਰ ਸਾਗਰ ਸਮੁੰਦਰ ਰੂਪ ਪਰਮਾਤਮਾ ਨੇ ਆਪਣੇ ਆਪ ਦੇ ਵਿੱਚੋਂ ਸ੍ਰਿਸ਼ਟੀ ਤੇ ਸਾਨੂੰ ਇਹ ਮਨੁੱਖ ਜਾਮਾ ਦਿੱਤਾ। ਸਮੇਂ ਆਉਣ ਤੋਂ ਫਿਰ ਇਹਦੇ ਅੰਦਰ ਜੋ ਜੋਤ ਹੈ ਉਹ ਪਰਮਾਤਮਾ ਅਕਾਲ ਪੁਰਖ ਪਰਮੇਸ਼ਰ ਦੇ ਵਿੱਚ ਹੀ ਅਭੇਦ ਹੋ ਜਾਣੀ ਆ। ਜੋਤੀ ਜੋਤ ਰੜੀ ਸੰਪੂਰਨ ਥੀਆ ਰਾਮ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ। ਹਕੀਕਤ ਤਾਂ ਇਹ ਹੈ, ਪਰ ਜੇ ਕੋਈ ਹੰਕਾਰ ਕਰੇ 4 ਦਿਨ ਦੀ ਜ਼ਿੰਦਗੀ ਦਾ ਤੇ ਫਿਰ ਉਸ ਦਾ ਬਹੁਤ ਵੱਡਾ ਭੁਲੇਖਾ, ਬਹੁਤ ਵੱਡਾ ਵਹਿਮ ਤੇ ਬਹੁਤ ਵੱਡਾ ਭਰਮ ਹੈ। ਤੇ ਉਹਨਾਂ ਜੀਵਾਂ ਦੇ ਵਾਸਤੇ ਹੀ 84 ਲੱਖ ਜੂਨਾਂ ਤੇ ਨਰਕ ਜਮ ਤੇ ਧਰਮ ਰਾਜੇ ਨੂੰ ਬਿਠਾ ਲਿਆ ਪਰਮਾਤਮਾ ਨੇ। ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ, ਮਾਧਵੇ ਕਿਆ ਕਹੀਐ ਭ੍ਰਮ ਐਸਾ, ਮਾਇਆ ਦੇ ਪਤੀ ਹੈ ਅਕਾਲ ਪੁਰਖ। ਛੋਟਾ ਜਿਹਾ ਪੜਦਾ ਇਸ ਜੀਵ ਦੀ ਮੱਤ ਤੇ ਪਾ ਦਿੱਤਾ ਤੇ ਇਹਨੂੰ ਕਰੋੜਾਂ ਜਨਮ ਸਮਝੇ ਨਹੀਂ ਲੱਗਦੀ ਪਰਮਾਤਮਾ ਕੀ ਹੈ ਤੇ ਮੈਂ ਕੀ ਹਾਂ। ਇਹ ਤਾਂ ਕੋਈ ਭਗਤੀ ਬੰਦਗੀ ਜਾਣਨ ਦੀ ਤੇ ਇਸ ਭੁਲੇਖੇ ਨੂੰ ਕੱਢਣ ਦੀ ਕੋਸ਼ਿਸ਼ ਕਰੇ, ਉਸ ਦਾ ਭੁਲੇਖਾ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਆਪ ਜੀ ਕੱਢਦੇ ਹੋ। ਜੈਸਾ ਮਾਨਿਆ ਹੋਏ ਨਾ ਤੈਸਾ, ਇਸ ਨੇ ਸਭ ਕੁਝ ਆਪਣਾ ਮੰਨਿਆ ਪਰ ਇਸ ਦਾ ਸਮੇਤ ਸਰੀਰ ਹੈ ਕੁਝ ਵੀ ਨਹੀਂ। ਹਕੀਕਤ ਤਾਂ ਜੋ ਕੁਛ ਹੈ ਸੋ ਤੇਰਾ। ਕਿਸੇ ਦਾ ਜਿੰਨਾ ਮਰਜ਼ੀ ਨੁਕਸਾਨ ਹੋ ਜਾਵੇ, ਕੋਈ ਦਰਦ ਹੁੰਦੀ ਹੈ, ਕੋਈ ਤਕਲੀਫ ਹੁੰਦੀ ਹੈ, ਤੇ ਬਗੈਰ ਜਾਣਨ ਤੋਂ ਕਿਸੇ ਦਾ ਐਕਸੀਡੈਂਟ, ਕੋਈ ਮੌਤ, ਕੋਈ ਵੱਡਾ ਨੁਕਸਾਨ ਹੋ ਜਾਵੇ, ਕੋਈ ਦਰਦ ਨਹੀਂ ਹੁੰਦਾ। ਜਿੰਨਾ ਚਿਰ ਆਪਣਾ ਰਿਸ਼ਤਾ ਨਾ ਮੰਨੀਏ ਵੀ ਇਹ ਤਾਂ ਖਾਸ ਹੈ, ਇਹ ਤਾਂ ਮਿੱਤਰ ਦੋਸਤ ਹੈ, ਇਹ ਤਾਂ ਮੈਨੂੰ ਜਾਣਦਾ, ਇਹ ਤਾਂ ਸਾਡੇ ਮੁਹੱਲੇ ਦਾ ਸਾਡਾ ਗੁਆਂਢੀ ਹੈ, ਉੱਦਾਂ ਹੀ ਦੁੱਖ ਲੱਗਦਾ ਨਾ। ਇਸੇ ਤਰ੍ਹਾਂ ਗੁਰਮੁਖ ਪਿਆਰਿਓ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਕਹਿੰਦਾ ਜੀਵ ਦੁਖੀ ਆਪਣੇ ਕਰਕੇ, ਅਗਿਆਨਤਾ ਕਰਕੇ, ਕਿਉਂਕਿ ਇਹ ਵਸਤੂ ਤੇ ਸਭ ਕੁਝ ਪਰਮਾਤਮਾ ਹੀ ਪਰਮਾਤਮਾ, ਪਰ ਇਸ ਨੇ ਖੁਦ ਗਰਜੀ ਦੇ ਨਾਲ ਕੁਝ ਆਪਣਾ ਸਮਝ ਲਿਆ ਹੈ ਨਹੀਂ, ਪਰ ਇਸ ਨੇ ਸਮਝ ਲਿਆ, ਇਸ ਕਰਕੇ ਦੁਖੀ ਹੈ। 4 ਪੈਸੇ ਆ ਜਾਣ ਖੁਸ਼ ਹੋ ਜਾਂਦਾ ਤੇ ਨੁਕਸਾਨ ਹੋ ਜਵੇ ਤਾਂ ਰੋਣ ਲੱਗ ਪੈਂਦਾ। ਰਹਾਉ ਵਿਸਰਾਮ ਦੇ ਕੇ ਪ੍ਰਮਾਣ ਦਿੰਦੇ ਭਗਤ ਰਵਿਦਾਸ ਜੀ, ਕਹਿੰਦੇ ਮਨੁੱਖ ਦੀ ਐਸੀ ਹਾਲਤ ਤੇ ਇਸ ਭਰਮ ਨੇ, ਵਹਿਮ ਨੇ, ਭੁਲੇਖੇ ਨੇ ਐਸੇ ਇਸ ਨੂੰ ਸੁਪਨੇ ਲਿਆਉਣੇ ਸ਼ੁਰੂ ਕਰ ਦਿੱਤੇ। ਨਰਪਤ ਏਕ ਸਿੰਘਾਸਨ ਸੋਇਆ, ਸਿੰਘਾਸਨ ਦਾ ਮਤਲਬ ਸਿੰਘ ਦੀ, ਸ਼ੇਰ ਦੀ ਖੱਲ ਵਾਲਾ ਸਿੰਘਾਸਨ। ਨਰਪਤ ਭਾਵ ਜੋ ਬਾਦਸ਼ਾਹ ਰਾਜਾ, ਸੁਪਨੇ ਪਿਆ ਪਖਾਰੀ। ਉਸ ਰਾਜ ਦੇ ਤਖਤ ਤੇ ਬੈਠੇ ਬੈਠੇ ਨੂੰ ਨੀਂਦ ਆ ਗਈ, ਝਪਕੀ ਲੱਗ ਗਈ, ਨਾਲੇ ਸੁਪਨਾ ਆ ਗਿਆ ਬੇ ਰਾਜ ਭਾਗ ਮੇਰੇ ਕੋਲੋਂ ਖੋਹਿਆ ਗਿਆ। ਹੱਥ 'ਚ ਠੂਠਾ ਪਕੜ ਕੇ ਇਹ ਪੈਸਾ ਪੈਸਾ ਮੰਗਣ ਤੋਂ ਮਜਬੂਰ ਹੋ ਗਿਆ। ਹੈ ਉਹ ਬਾਦਸ਼ਾਹੀ, ਰਾਜ ਸਿੰਘਾਸਨ ਤੇ ਬੈਠਾ, ਪਰ ਸੁਪਨੇ ਕਰਕੇ ਉਹ ਦੁਖੀ ਹੋ ਗਿਆ। ਇਹ ਪਰਮ ਪਿਤਾ ਪਰਮੇਸ਼ਰ ਦੀ ਜੋਤ ਹੈ।
हर एक दे अंदर परमात्मा दी अंश है। इस ने संसार दे नाल मोह पा लिया, एक सुपने दे वांगू इस नूं हकीकत प्रतीत हो रहा, इस करके दुखी हो रहा। इस करके इस नूं हर जून दे विच जन्म लैना पैंदा, फिर इस दी मौत हुंदी है। अछत राज बिशरत दुख पाया, सो गत भई हमारी। राज भाग हुंदियां सुपने दे विच राज भाग चले गया ते दुखी हो रहा। कहंदे हे जीव, ये जो तू दुखी हो रहा, तकलीफ है, परेशान है ते बेचैन है ते चिंतित है, ये तू अपनी हौमे हंकार ते मैं करके आ। वास्तव दे विच सब कुछ अकाल पुरख परमात्मा परमात्मा परमेश्वर परमेश्वर ही है। राज भयंग प्रसंग जैसे है, आब कछ मरम जनाया। भगत रविदास जी फिर भुलेखा कटदे, फिर प्रमाण दिंदे। कहंदे प्रेमियों देखो, जिस तरह उस राजे की कहानी है जिहड़ा संघासन ते सौ गया ते सुपना आया, इसे तरह रस्सी दी ते सप दा भुलेखा जदों घुसमुसा होवे, दिन खत्म हो रहा ते रात शुरू हो गई, रास्ते च रस्सी पई है ते सप दिखाई दिंदा ते तबकदा मनुख। जदों प्रकाश हो जाता पता लगता सप नहीं, ये तो रस्सी है, डर किधर चल गया। ਉਹੀ ਮਨੁੱਖ डर रहा, रस्सी उत्थे ही पई है, पर ना दिखन करके इनू सप दा भुलेखा पै गया। ठीक इसे तरह इस नूं संसार दा अपने होण दा रस्सी दे विचों सप प्रतीत होण लग पिया। इन्हें अपनी होंद मन लई अज्ञानता करके, इस करके डर है, दुख है, जम्मण है, मरण है। राज भयंग प्रसंग जैसे है, आब कछ मरम जनाया। ये जरा भेद सी पूरे गुरु ने जना दिता, ज्ञान करा दिता कि सप नहीं, ये रस्सी है, ये संसार कुछ नहीं, ये जो दिस है सो चालनहार। जो हकीकत है वो अकाल पुरख परमात्मा ही परमात्मा है। एक रूप अनेक दर्शन, कीन रूप अनेक। कहते गुरु गोबिंद सिंह महाराज जी भी इक्को ही जोत है, हर एक दे विच पसर रही है, काम कर रही है, पर हकीकत दे विच अकाल पुरख परमेश्वर किसनों कहिए, नानका सब किश आपे आप। फिर सोने का प्रमाण, अनक कटक जैसे भूल परे, अब कहते कहन न आया। कहते सोना कट्ठा बिस्कुट लै लो, उस दे गहने बना के अलग अलग नाम दे दो, पर हकीकत दे विच तां वो सोना ही आ। इसे तरह अकाल पुरख परमात्मा रूपी सोने ने अपने विचों ही गहने रूपी पूरे संसार नूं बनाया। तुसीं मूल दे नाल जुड़ो ते अकाल पुरख परमात्मा परमेश्वर दी तेरे ते कृपा हो जाऊगी, ज्ञान प्राप्त हो जाएगा। हकीकत सर्वे एक अनेक स्वामी, सब घट भोगवै सोई। हर जगह च, हर शरीर च जोगी अंदर जोगिया, तू भोगी अंदर भोगिया, तेरा अंत ना पाया सुरग मछ प्याल। जो सर्वे एक अनेक स्वामी, सब घट भोगवै सोई। कह रविदास हाथ पै नेर सहजे होए सो होई। कहते नज़दीक तो नज़दीक परमात्मा है, पर तू टिक के देखण की कोशिश कर। आत्मक अडोल अवस्था बनने तो बगैर तेरी पकड़ दे विच परम जोत नहीं आउणी। जदों तू कोशिश करेगा तो एक घड़ी ऐसी जरूर आ जाएगी जदों अंतर सुन्नंग बाहर सुन्नंग, तेरे भवन सुन्नम सुन्नंग, चौथा सुन्न जो नर जाने ताको पाप ना पुन्नंग। रजगुण तम गुण सतगुण कहिया, यह तेरी सब माया। चौथे पद को जो नर चीने, तिन ही परम पद पाया। हुईयां गलतियां दी खिमा, सर्वे एक अनेक स्वामी, एक रूप अनेक दर्शन। सब घट भोगवै सोई, सब मैं जोत जोत है सोई।
ਕਹਿ ਰਵਿਦਾਸ ਹਾਥ ਪੈ ਨੇਰਾ, ਤੇਰੇ ਹੱਥਾਂ ਪੈਰਾਂ ਇੰਦਰੀਆਂ ਤੋਂ ਵੀ ਨਜ਼ਦੀਕ ਪਰਮੇਸ਼ਰ ਹੈ। ਪਰ ਸਹਜੇ ਹੋਏ ਸੋ ਹੋਈ, ਪੂਰਨ ਇਕਾਗਰਤਾ ਤੋਂ ਬਗੈਰ ਨਜ਼ਦੀਕ ਤੋਂ ਨਜ਼ਦੀਕ ਪਰਮਾਤਮਾ ਦੇ ਦਰਸ਼ਨ ਦਿਦਾਰੇ ਹੈ ਜੀਵ ਤੈਨੂੰ ਨਹੀਂ ਹੋ ਸਕਦੇ। ਰਸਨਾ ਨੂੰ ਕਰੀਏ ਪਵਿੱਤਰ, ਗੱਜ ਕੇ ਬੁਲਾਈਏ ਫਤਿਹ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।